ਸਤਿਕਾਰਯੋਗ ਗੁਰਮਤਿ ਪ੍ਰੇਮੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਗਿਆਨੀ ਸਰਵਣ ਸਿੰਘ ਯੂਕੇ ਦੇ ਕੋਵੈਂਟਰੀ ਸ਼ਹਿਰ ਤੋਂ ਯੂਨੀਵਰਸਲ ਸਿੱਖ ਬ੍ਰਦਰਹੁੱਡ ਚੈਨਲ ਰਾਹੀਂ ਆਪ ਜੀ ਨੂੰ ਮੁਖਾਤਿਬ ਹੈ। ਪਿੱਛੇ ਆਪਾਂ ਵਿਚਾਰ ਕਰ ਚੁੱਕੇ ਹਾਂ ਕਿ ਜ਼ਾਹਰ ਪੀਰ ਜਗਤ ਗੁਰ ਬਾਬਾ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜਿੱਥੇ ਸੰਸਾਰ ਦੀ ਵਿੱਦਿਆ ਪ੍ਰਾਪਤ ਕਰਨ ਵਾਸਤੇ ਅਧਿਆਪਕਾਂ ਪਾਸ ਪਾਠਸ਼ਾਲਾ ਵਿੱਚ ਮਦਰਸੇ ਵਿੱਚ ਗਏ ਅਤੇ ਵਿੱਦਿਆ ਪ੍ਰਾਪਤ ਕੀਤੀ, ਉੱਥੇ ਨਾਲ ਦੀ ਨਾਲ ਸਤਿਗੁਰੂ ਜੀ ਨੇ ਸੰਸਾਰਕ ਵਿੱਦਿਆ ਦੇਣ ਵਾਲਿਆਂ ਨੂੰ ਨਿਰੰਕਾਰ ਦੀ ਵਿੱਦਿਆ ਪੜ੍ਹਾਈ ਵੀ ਅਤੇ ਜ਼ਿੰਦਗੀ ਦੇ ਸਹੀ ਅਰਥ ਸਮਝਾ ਕੇ ਤਿੰਨਾਂ ਨੂੰ ਪਰਮਾਰਥ ਦੇ ਰਸਤੇ ਪਾਇਆ। ਅੱਜ ਆਪਾਂ ਸਿੱਖ ਇਤਿਹਾਸ ਦੀ, ਗੁਰੂ ਇਤਿਹਾਸ ਦੀ ਉਸ ਸਾਖੀ ਵੱਲ ਧਿਆਨ ਦੇਣਾ ਹੈ ਜੋ ਬਹੁਤ ਹੀ ਪ੍ਰਸਿੱਧ ਹੈ ਸਾਰੇ ਸੰਸਾਰ ਅੰਦਰ, ਕਿ ਮਹਿਤਾ ਕਾਲੂ ਜੀ ਨੇ ਸੰਪੂਰਨ ਤੌਰ 'ਤੇ ਇੰਤਜ਼ਾਮ ਕਰਕੇ ਗੁਰੂ ਨਾਨਕ ਸਾਹਿਬ ਜੀ ਨੂੰ ਜਨੇਊ ਪਹਿਨਾਉਣ ਦੀ ਤਿਆਰੀ ਕੀਤੀ, ਪਰ ਸਤਿਗੁਰੂ ਜੀ ਨੇ ਜਨੇਊ ਦੇ ਸੰਬੰਧ ਵਿੱਚ ਦੁਨੀਆ ਨੂੰ ਇੱਕ ਅਨੋਖਾ ਉਪਦੇਸ਼ ਦਿੱਤਾ। ਸਭ ਤੋਂ ਪਹਿਲਾਂ ਆਪਾਂ ਸਮਝੀਏ ਜਨੇਊ ਕੀ ਸੀ, ਯੱਗਯੋਪਵੀਤ ਕੀ ਸੀ। ਯੱਗ ਕਰਨ ਸਮੇਂ ਜੋ ਉੱਪਰ ਤੋਂ ਵਸਤਰ ਸਰੀਰ ਉੱਪਰ ਲਪੇਟਿਆ ਜਾਂਦਾ ਸੀ ਜਾਂ ਮਿਰਗ ਚਰਮ, ਹਿਰਨ ਦੀ ਚਮੜੀ ਆਦਿਕ ਲਪੇਟਦੇ ਸਨ, ਉਸ ਨੂੰ ਯੱਗਯੋਪਵੀਤ ਆਖਿਆ ਜਾਂਦਾ ਸੀ। ਹੌਲੀ ਹੌਲੀ ਮਿਰਗ ਚਰਮ ਤੋਂ, ਕੱਪੜੇ ਤੋਂ ਹੇਠਾਂ ਆਉਂਦਿਆਂ ਇਹ ਇੱਕ ਚਿੰਨ੍ਹ ਰਹਿ ਗਿਆ ਅਤੇ ਆਮ ਕਿਹਾ ਜਾਂਦਾ ਸੀ ਕਿ ਜਨੇਊ ਪਹਿਨਣ ਤੋਂ ਬਾਅਦ ਹੀ ਕੋਈ ਚੌਂਕੇ ਦਾ ਅਧਿਕਾਰੀ ਬਣਦਾ ਹੈ ਕਿ ਉਹ ਚੌਂਕੇ ਵਿੱਚ ਬੈਠ ਕੇ ਭੋਜਨ ਛਕੇ। ਇਸ ਜਨੇਊ ਨੂੰ ਪਹਿਨਾਉਣ ਵਾਸਤੇ ਜੋ ਉਸ ਵੇਲੇ ਪ੍ਰਚਾਰ ਕੀਤਾ ਗਿਆ ਜਾਂ ਉਸ ਸਮੇਂ ਤੋਂ ਬਹੁਤ ਗੁਰੂ ਨਾਨਕ ਸਾਹਿਬ ਤੋਂ ਸਦੀਆਂ ਪਹਿਲਾਂ ਤੋਂ ਹੀ ਪ੍ਰਚਾਰ ਕੀਤਾ ਗਿਆ, ਉਹ ਪ੍ਰਚਾਰ ਕੁਝ ਇਉਂ ਸੀ ਕਿ ਸਮਾਜ ਦੇ 4 ਵਰਣ ਹਨ। ਹਾਲਾਂਕਿ ਵਰਣ ਦਾ ਅਰਥ ਹੁੰਦਾ ਹੈ ਰੰਗ। ਇਹ ਰੰਗਾਂ ਤੋਂ ਕਦੀ ਸ਼ੁਰੂ ਹੋਈ ਹੋਵੇਗੀ ਬਾਤ, ਕੋਈ ਗੋਰਾ ਹੈ, ਕੋਈ ਬਰਾਊਨ ਰੰਗ ਦਾ ਹੈ, ਕੋਈ ਘੱਟ ਬਲੈਕ ਹੈ, ਕੋਈ ਜ਼ਿਆਦਾ ਹੈ, ਅਤੇ ਉਹਨਾਂ ਦੀ ਵੰਡ ਕਰ ਲਈ ਹੋਵੇ। ਹੌਲੀ ਹੌਲੀ ਇਹ ਵਰਣ ਰੰਗ ਤੋਂ ਬਦਲ ਕੇ ਕਿੱਤੇ ਤੱਕ ਜੁੜ ਗਿਆ ਅਤੇ ਕਿੱਤੇ 'ਤੇ ਵੀ ਗੱਲ ਰੁਕੀ ਨਹੀਂ, ਉਸ ਤੋਂ ਵੀ ਵਧਦਿਆਂ ਇਹ ਜਨਮ ਨਾਲ ਜੁੜ ਗਿਆ। ਜੇ ਕਿਸੇ ਚਮਾਰ ਘਰ ਅੰਦਰ ਕੋਈ ਚਮੜੇ ਦਾ ਕੰਮ ਕਰਨ ਵਾਲੇ ਪਰਿਵਾਰ ਵਿੱਚ ਪੈਦਾ ਹੋਇਆ ਹੈ, ਪਰ ਉਹ ਬ੍ਰਹਮ ਗਿਆਨ ਨੂੰ ਪ੍ਰਾਪਤ ਕਰ ਗਿਆ ਹੈ, ਤਾਂ ਵੀ ਉਸ ਨੂੰ ਬ੍ਰਾਹਮਣ ਦਾ ਦਰਜਾ ਸਮਾਜ ਨਹੀਂ ਸੀ ਦਿੰਦਾ। ਅਤੇ ਬ੍ਰਾਹਮਣ ਦੇ ਘਰ ਜਨਮ ਲੈ ਕੇ ਕਿਸੇ ਦੀ ਬਿਰਤੀ ਚੰਡਾਲਾਂ ਵਾਲੀ ਵੀ ਕਿਉਂ ਨਾ ਹੋਵੇ, ਉਸ ਨੂੰ ਕੋਈ ਚੰਡਾਲ ਨਹੀਂ ਸੀ ਆਖਦਾ। ਇੱਕੋ ਹੀ ਗੱਲ ਮੰਨ ਲਈ ਗਈ, ਜਿਸ ਘਰ ਅੰਦਰ ਕੋਈ ਪੈਦਾ ਹੋਇਆ ਹੈ ਉਹੀ ਉਸ ਦਾ ਵਰਣ ਹੈ। ਅਤੇ ਫਿਰ ਇਹਨਾਂ ਵਰਣਾਂ ਦਾ ਮੁੱਢ ਵੀ ਬੜੀ ਚਾਲਾਕੀ ਨਾਲ ਬੰਨ੍ਹਿਆ ਗਿਆ। ਸਾਡੇ ਪੰਡਿਤ ਕਹਾਣੀਆਂ ਬਣਾਉਣ ਵਿੱਚ ਤਾਂ ਬੜੇ ਮਾਹਰ ਸਨ। ਉਹਨਾਂ ਆਖਿਆ ਜੀ ਬ੍ਰਾਹਮਣ ਬ੍ਰਹਮਾ ਦੇ ਮੁਖ ਤੋਂ ਪੈਦਾ ਹੋਏ ਨੇ, ਅਤੇ ਜਿਹੜੇ ਨੇ ਛਤਰੀ ਉਹ ਬਾਹਾਂ 'ਚੋਂ ਪੈਦਾ ਹੋਏ ਨੇ। ਵੈਸ਼ਾਂ ਦਾ ਜਨਮ ਜੰਘਾਂ ਵਿੱਚੋਂ ਭਾਵ ਲੱਤਾਂ ਵਿੱਚੋਂ ਹੋਇਆ ਹੈ, ਅਤੇ ਸ਼ੂਦਰ ਪੈਰਾਂ ਤੋਂ ਉਪਜੇ ਹਨ। ਹਾਲਾਂਕਿ ਇਹ ਚਾਰੇ ਦੀਆਂ ਚਾਰੇ ਗੱਲਾਂ ਹੀ ਸਾਇੰਸ ਦੇ ਪੱਖ ਤੋਂ ਦੇਖਿਆ 2 ਕੌਡੀ ਮੁੱਲ ਨਹੀਂ ਰੱਖਦੀਆਂ। ਨਾ ਕੋਈ ਮੁੱਖ ਤੋਂ ਪੈਦਾ ਹੋ ਸਕਦਾ ਹੈ ਮਨੁੱਖ, ਨਾ ਕੋਈ ਬਾਹਾਂ ਤੋਂ ਪੈਦਾ ਹੋ ਸਕਦਾ ਹੈ, ਨਾ ਕੋਈ ਜੰਘਾਂ ਤੋਂ ਪੈਦਾ ਹੋ ਸਕਦਾ ਹੈ, ਨਾ ਪੈਰਾਂ ਤੋਂ ਪੈਦਾ ਹੋ ਸਕਦਾ ਹੈ। ਕਬੀਰ ਜੀ ਨੇ ਤਾਂ ਇੱਕ ਚੈਲੰਜ ਵੀ ਕੀਤਾ ਸੀ
ਤੇ ਉਹਨਾਂ ਕਿਹਾ ਸੀ, ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਤਾਂ ਆਨ ਬਾਟ ਕਾਹੇ ਨਹੀਂ ਆਇਆ। ਜੇ ਤੂੰ ਆਪਣੇ ਆਪ ਨੂੰ ਉੱਤਮ ਸਮਝਦਾ ਹੈ ਤੇ ਜਨਮ ਤਾਂ ਤੂੰ ਵੀ ਇੱਕ ਬ੍ਰਾਹਮਣੀ ਔਰਤ ਦੇ ਕੁੱਖ ਤੋਂ ਹੀ ਲਿਆ ਹੈ ਨਾ। ਤੂੰ ਸੰਸਾਰ ਤੇ ਆਉਣ ਦਾ ਕੋਈ ਵੱਖਰਾ ਰਸਤਾ ਤਾਂ ਨਹੀਂ ਚੁਣਿਆ। ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ। ਜ਼ਰਾ ਧਿਆਨ ਕਰਕੇ ਤਾਂ ਦੇਖ, ਸਾਰਿਆਂ ਦਾ ਹੱਡ ਚੰਮ ਮਾਸ ਇੱਕੋ ਜਿਹਾ ਹੈ, ਤੂੰ ਕੀ ਵਿਤਕਰੇ ਪਾ ਕੇ ਬਹਿ ਗਿਆ। ਕਬੀਰ ਜੀ ਦੇ ਇਸ ਸਵਾਲ ਦਾ ਜਵਾਬ ਤਾਂ ਕਿਸੇ ਪੰਡਿਤ ਦੇ ਪਾਸ ਵੀ ਨਹੀਂ ਸੀ, ਪਰ ਅੱਜ ਤੱਕ ਵੀ ਰੂੜੀਵਾਦੀ ਲੋਕ ਮੰਨਦੇ ਇਉਂ ਹੀ ਨੇ ਕਿ ਬ੍ਰਾਹਮਣ ਬ੍ਰਹਮਾ ਦੇ ਮੁਖ ਤੋਂ ਪੈਦਾ ਹੋਏ, ਛਤਰੀ ਭੁਜਾਵਾਂ ਤੋਂ ਬਾਹਾਂ ਤੋਂ, ਵੈਸ਼ ਜੰਗਾਂ ਤੋਂ ਲੱਤਾਂ ਤੋਂ ਤੇ ਸ਼ੂਦਰ ਪੈਰਾਂ ਤੋਂ। ਗੱਲ ਇੱਥੇ ਵੀ ਮੁੱਕੀ ਨਹੀਂ। ਜਿਸ ਨੂੰ ਸ਼ੂਦਰ ਆਖ ਦਿੱਤਾ ਗਿਆ ਉਸ ਨਾਲ ਇੰਨਾ ਵਿਤਕਰਾ ਕੀਤਾ ਗਿਆ ਜਿਸ ਦਾ ਕੋਈ ਹਿਸਾਬ ਨਹੀਂ। ਪ੍ਰਾਚੀਨ ਗ੍ਰੰਥ ਇਸ ਗੱਲ ਦੀ ਗਵਾਹੀ ਭਰਦੇ ਨੇ ਕਿ ਸ਼ੂਦਰਾਂ ਦੀਆਂ ਆਬਾਦੀਆਂ ਨਗਰ ਤੋਂ, ਪਿੰਡ ਤੋਂ, ਸ਼ਹਿਰ ਤੋਂ ਬਾਹਰ-ਬਾਹਰ ਬਣਾਈਆਂ ਗਈਆਂ ਕਿ ਵੱਖਰੇ ਰਹਿਣਗੇ। ਇੱਥੋਂ ਤੱਕ ਵੀ ਹਾਲਾਤ ਭੈੜੇ ਰਹੇ ਕਿ ਨਗਰ ਵਿੱਚ ਸ਼ੂਦਰ ਦੇ ਪ੍ਰਵੇਸ਼ 'ਤੇ ਪਾਬੰਦੀ ਰਹੀ। ਜਿਨ੍ਹਾਂ ਗਲੀਆਂ ਵਿੱਚ ਅਵਾਰਾ ਕੁੱਤੇ ਵੀ ਆਜ਼ਾਦੀ ਨਾਲ ਘੁੰਮ ਸਕਦੇ ਸਨ, ਕਿਸੇ ਪਸ਼ੂ ਦੇ ਘੁੰਮਣ 'ਤੇ ਕੋਈ ਰੋਕ ਨਹੀਂ ਸੀ, ਉਹਨਾਂ ਗਲੀਆਂ ਵਿੱਚ ਜੇ ਸ਼ੂਦਰ ਨੇ ਜਾਣਾ ਹੋਵੇ ਤਾਂ ਉਸ ਨੂੰ ਆਪਣੇ ਪਿੱਛੇ ਇੱਕ ਦਰਖਤ ਦਾ ਛਾਪਾ ਬੰਨ੍ਹਣਾ ਪੈਂਦਾ, ਜਿਹੜਾ ਉਸ ਦੇ ਪੈਰਾਂ ਦੇ ਨਿਸ਼ਾਨ ਵੀ ਪਿੱਛੋਂ ਸਾਫ਼ ਕਰਦਾ ਜਾਵੇ। ਤੇ ਡਰ ਇਹ ਸੀ ਕਿ ਜੇ ਇਸ ਦੇ ਪੈਰ ਦਾ ਕੋਈ ਨਿਸ਼ਾਨ ਰਹਿ ਗਿਆ ਤੇ ਗਲਤੀ ਨਾਲ ਵੀ ਕਿਸੇ ਬ੍ਰਾਹਮਣ ਦਾ ਪੈਰ ਉੱਪਰ ਰੱਖਿਆ ਗਿਆ ਤੇ ਉਹ ਪਿੱਟਿਆ ਜਾਵੇਗਾ। ਕੈਸੀ ਇਹ ਪਵਿੱਤਰਤਾ ਹੈ। ਬ੍ਰਾਹਮਣ ਦਾ ਪੈਰ ਸ਼ੂਦਰ ਨੂੰ ਪਵਿੱਤਰ ਕਰਨ ਦੇ ਸਮਰੱਥ ਨਹੀਂ, ਪਰ ਸ਼ੂਦਰ ਅੰਦਰ ਇੰਨੀ ਸ਼ਕਤੀ ਹੈ ਕਿ ਉਸ ਦੇ ਪੈਰ ਦਾ ਨਿਸ਼ਾਨ ਵੀ ਬ੍ਰਾਹਮਣ ਨੂੰ ਪਿੱਟ ਸਕਦਾ ਹੈ। ਬ੍ਰਾਹਮਣ ਦੀ ਗੱਲ ਤਾਂ ਇੱਕ ਪਾਸੇ ਰਹਿਣ ਦਿਓ। ਜਿਨ੍ਹਾਂ ਦੇਵੀ ਦੇਵਤਿਆਂ ਦੀ ਪੂਜਾ ਮੰਦਰ ਵਿੱਚ ਕੀਤੀ ਜਾਂਦੀ ਸੀ, ਨਾਮਦੇਵ ਜੀ ਦੀ ਕਥਾ ਸਾਰੇ ਜਾਣਦੇ ਨੇ ਕਿ ਜੇ ਨਾਮਦੇਵ ਜੀ ਆਪਣੀ ਮਸਤੀ ਵਿੱਚ ਉਸ ਮੰਦਰ ਵਿੱਚ ਦੇਹੁਰੇ ਵਿੱਚ ਪ੍ਰਵੇਸ਼ ਕਰ ਜਾਂਦੇ ਹਨ ਤਾਂ ਬ੍ਰਾਹਮਣ ਆਖਦੇ ਨੇ ਮੰਦਰ ਵੀ ਪਿੱਟਿਆ ਗਿਆ ਹੈ ਤੇ ਦੇਵਤਾ ਵੀ, ਬੁੱਤ ਵੀ ਪਿੱਟਿਆ ਗਿਆ ਹੈ। ਉਹ ਦੇਵਤਾ ਨਾਮਦੇਵ ਜੀ ਨੂੰ ਸ਼ੂਦਰ ਤੋਂ ਉੱਚ ਨਹੀਂ ਬਣਾ ਸਕਿਆ, ਪਰ ਨਾਮਦੇਵ ਦੀ ਸ਼ਕਤੀ ਹੈ ਕਿ ਉਸ ਨੂੰ ਸ਼ੂਦਰ ਬਣਾ ਦੇਵੇ। ਕੈਸੀਆਂ ਅਜੀਬੋ ਗਰੀਬ ਸਾਡੀਆਂ ਮਿੱਥਾਂ ਸਨ ਤੇ ਗਲਤ ਵਿਚਾਰ ਸਨ। ਜਨੇਊ ਵੀ ਇਸੇ ਲੜੀ ਦਾ ਹੀ ਹਿੱਸਾ ਸੀ, ਕਿਉਂਕਿ ਸਮਾਜ ਦੇ ਇਹਨਾਂ ਚੌਹਾਂ ਵਰਨਾਂ ਵਿੱਚੋਂ ਕੇਵਲ 3 ਵਰਨ ਜਨੇਊ ਪਹਿਨ ਸਕਦੇ ਸਨ, ਬ੍ਰਾਹਮਣ, ਛਤਰੀ ਅਤੇ ਵੈਸ਼। ਸ਼ੂਦਰ ਨੂੰ ਜਨੇਊ ਪਹਿਨਣ ਦਾ ਕੋਈ ਅਧਿਕਾਰ ਨਹੀਂ ਸੀ। ਤੇ ਇਸ ਦੇ ਨਾਲ ਨਾਲ ਇੱਕ ਗੱਲ ਹੋਰ ਯਾਦ ਰਹੇ, ਜਿੱਥੇ ਸ਼ੂਦਰ ਨੂੰ ਅਧਿਕਾਰ ਨਹੀਂ ਸੀ ਉੱਥੇ ਇਸਤਰੀ ਨੂੰ ਵੀ ਸ਼ੂਦਰ ਵਾਂਗੂ ਹੀ ਬਿਹੇਵ ਕੀਤਾ ਜਾਂਦਾ ਸੀ। ਵਰਤਾਰਾ ਉਸ ਨਾਲ ਵੀ ਐਸਾ ਹੀ ਸੀ ਕਿ ਉਹ ਵੀ ਜਨੇਊ ਨਹੀਂ ਪਹਿਨ ਸਕਦੀ, ਉਹ ਅਪਵਿੱਤਰ ਹੀ ਹੈ, ਸ਼ੂਦਰ ਹੀ ਹੈ। ਇਸ ਤੋਂ ਵੱਧ ਹੋਰ ਕੀ ਅਪਮਾਨ ਹੋਵੇਗਾ। ਔਰ ਆਮ ਇਸਤਰੀ ਦੀ ਗੱਲ ਨਹੀਂ। ਅੱਜ ਹਿੰਦੁਸਤਾਨ ਵਿੱਚ ਕੁਝ ਲੋਕ ਬੜਾ ਰਾਮ ਰਾਜ ਦਾ ਰੌਲਾ ਪਾਉਂਦੇ ਨੇ ਕਿ ਰਾਮ ਰਾਜ ਲਿਆਉਣਾ ਹੈ, ਆ ਗਿਆ ਹੈ, ਕਿ ਕੀ ਹੋ ਗਿਆ ਹੈ। ਰਾਮ ਦੀ ਕਥਾ ਕਦੀ ਪੜ੍ਹੀ ਹੈ? ਰਾਵਣ ਧੋਖੇ ਨਾਲ ਸੀਤਾ ਜੀ ਨੂੰ ਚੁੱਕ ਕੇ ਲੈ ਜਾਂਦਾ ਹੈ ਔਰ ਉਹ ਗਲਤ ਬਿਹੇਵ ਨਹੀਂ ਕਰਦਾ, ਇਹ ਸਾਰੇ ਆਖਦੇ ਨੇ। ਬਾਗ ਵਿੱਚ ਵਧੀਆ ਤੋਂ ਵਧੀਆ ਵਾਟਿਕਾ ਵਿੱਚ ਉਸ ਨੂੰ ਕੈਦ ਰੱਖਦਾ ਹੈ, ਹਰ ਸਹੂਲਤ ਦਿੰਦਾ ਹੈ। ਜਿਸ ਵੇਲੇ ਰਾਮਚੰਦਰ ਜੀ ਸੀਤਾ ਜੀ ਨੂੰ ਛੁਡਾ ਕੇ ਲਿਆਉਂਦੇ ਨੇ ਉਸ ਵੇਲੇ ਕੀ ਵਰਤਦਾ ਹੈ? ਉਸ ਵੇਲੇ ਕਹਿੰਦੇ ਨੇ ਇੰਨਾ ਸਮਾਂ ਤੂੰ ਇਕੱਲੀ ਰਹੀ ਹੈ, ਰਾਵਣ ਦੀ ਕੈਦ ਵਿੱਚ ਸੀ, ਤੂੰ ਵਾਕਈ ਪਵਿੱਤਰ ਹੈ, ਤੇਰਾ ਇਸਤਰੀ ਧਰਮ ਗਵਾਚਾ ਤੇ ਨਹੀਂ, ਪਤੀ ਵਰਤਾ ਧਰਮ ਗਿਆ ਤਾਂ ਨਹੀਂ।
ਉਸ ਵਿਚਾਰੀ ਨੇ ਆਖਿਆ, ਨਹੀਂ, ਰਾਵਣ ਨੇ ਮੈਨੂੰ ਕੁਝ ਨਹੀਂ ਆਖਿਆ। ਤਾਂ ਵੀ ਰਾਮਚੰਦਰ ਜੀ ਨੇ ਸੀਤਾ ਦੀ ਅਗਨੀ ਪ੍ਰੀਖਿਆ ਲਈ ਕਿ ਅੱਗ ਤੋਂ ਦੀ ਲੰਘ, ਜੇ ਤੂੰ ਪਵਿੱਤਰ ਹੋਈ ਨਹੀਂ ਸੜੇਗੀ। ਸੀਤਾ ਜੀ ਨੇ ਤਾਂ ਉਹ ਪ੍ਰੀਖਿਆ ਦੇ ਦਿੱਤੀ, ਪਰ ਉਸ ਵੇਲੇ ਇੰਨੀ ਵੀ ਆਜ਼ਾਦੀ ਨਹੀਂ ਸੀ ਕਿ ਸੀਤਾ ਜੀ ਆਖ ਸਕਦੇ, ਰਾਮਚੰਦਰ ਜੀ ਤੁਸੀਂ ਵੀ ਪਤੀ ਦੇਵ ਜੀ ਇਕੱਲੇ ਰਹੇ ਹੋ, ਜ਼ਰਾ ਅੱਗ ਦੇ ਉੱਪਰੋਂ ਤੁਸੀਂ ਵੀ ਲੰਘ ਕੇ ਦਿਖਾ ਦਿਓ। ਔਰ ਇੱਥੇ ਹੀ ਬਸ ਨਹੀਂ, ਇਸ ਤੋਂ ਅਗਾਂਹ ਵੀ ਘਟਨਾ ਵਰਤੀ। ਇੱਕ ਮੂਰਖ ਧੋਬੀ ਆਪਣੀ ਪਤਨੀ ਨਾਲ ਝਗੜ ਰਿਹਾ ਹੈ, ਉਹ ਬਿਨਾਂ ਦੱਸੇ ਮਾਇਕੇ ਚਲੇ ਗਈ, ਰਾਤ ਰਹਿ ਆਈ, ਅਤੇ ਇਹ ਲੜਦਾ ਹੋਇਆ ਮੂਰਖ ਅਨਪੜ੍ਹ ਗੰਵਾਰ ਆਖਦਾ ਹੈ, ਮਤ ਸੋਚ ਕਿ ਮੈਨੂੰ ਦੱਸੇ ਤੋਂ ਬਗੈਰ ਤੂੰ ਰਾਤ ਬਾਹਰ ਰਹਿ ਆਈ ਹੈ, ਭਾਵੇਂ ਮਾਪਿਆਂ ਦੇ ਸਹੀ, ਕਿ ਮੈਂ ਤੈਨੂੰ ਹੁਣ ਵਸਾ ਲਵਾਂਗਾ। ਮੈਂ ਰਾਮਚੰਦਰ ਨਹੀਂ ਜਿਹੜੇ ਬਾਹਰ ਰਹਿਣ ਤੋਂ ਬਾਅਦ ਵੀ ਸੀਤਾ ਨੂੰ ਘਰੇ ਵਸਾ ਲਵੇ। ਗੱਲ ਪਹੁੰਚ ਗਈ ਰਾਮਚੰਦਰ ਜੀ ਤੱਕ ਤੇ ਸੀਤਾ ਨੂੰ ਫਿਰ ਘਰੋਂ ਕੱਢ ਦਿੱਤਾ। ਇਹ ਇਸਤਰੀ ਦੀ ਹਾਲਤ ਸੀ ਰਾਮ ਰਾਜ ਵਿੱਚ। ਨਾ ਸ਼ੂਦਰ ਨੂੰ ਜਨੇਊ ਦਾ ਅਧਿਕਾਰ, ਨਾ ਇਸਤਰੀ ਨੂੰ ਅਧਿਕਾਰ। ਫਿਰ ਹੋਰ ਤਾਂ ਹੋਰ, ਜਨੇਊ ਪਾਉਣ ਵਾਸਤੇ ਰੁੱਤ ਵੀ ਅਲੱਗ-ਅਲੱਗ। ਬ੍ਰਾਹਮਣ ਪਹਿਨੇਗਾ ਬਸੰਤ ਦੀ ਰੁੱਤ ਵਿੱਚ, ਜਦ ਚਾਰ ਚਫੇਰੇ ਖੇੜੇ ਹੋਣ। ਛਤਰੀ ਨੂੰ ਪਹਿਨਾਇਆ ਜਾਏਗਾ ਗਰਮੀ ਦੀ ਰੁੱਤ ਵਿੱਚ, ਤੇ ਵੈਸ਼ ਨੂੰ ਪਤਝੜ ਸਰਦੀ ਦੀ ਰੁੱਤ ਵਿੱਚ। ਸ਼ੂਦਰ ਤਾਂ ਵਿਚਾਰਾ ਇਸ ਦਾ ਹੱਕਦਾਰ ਹੀ ਨਹੀਂ ਸੀ। ਜਨਮ ਤੋਂ ਵਿਤਕਰਾ, ਜਨੇਊ ਪਾਉਣ ਵੇਲੇ ਵਿਤਕਰਾ, ਰੁੱਤ ਦਾ ਵਿਤਕਰਾ, ਤੇ ਫਿਰ ਜਿਨ੍ਹਾਂ ਤਿੰਨਾਂ ਨੇ ਪਹਿਨਣਾ ਹੈ ਉਹਨਾਂ ਦਾ ਜਨੇਊ ਵੀ ਇੱਕ ਨਹੀਂ ਸੀ। ਬ੍ਰਾਹਮਣ ਦਾ ਜਨੇਊ ਕਪਾਹ ਚੁਣਨ ਵੇਲੇ ਵੇਦਾਂ ਦੇ ਮੰਤਰ ਪੜ੍ਹ ਕੇ ਚੁਣੀ ਜਾਂਦੀ, ਵੜੇਵੇਂ ਅਲੱਗ ਕਰਨ ਵੇਲੇ ਵੀ ਮੰਤਰ ਜਾਪ ਚੱਲਦਾ। ਫਿਰ ਇੱਕ ਲਾਟੂ ਨਾਲ ਬੰਨ੍ਹ ਕੇ ਉਸ ਰੂਹ ਨੂੰ ਉਸ ਦਾ ਧਾਗਾ ਵੱਟਣਾ ਹੈ, ਖੂਹ ਦੀ ਮਣ 'ਤੇ ਬੈਠ ਕੇ ਹੇਠਾਂ ਲਟਕਾ ਕੇ। ਫਿਰ ਤੇਲੜੀਆਂ ਬਣਾਉਣ ਤੋਂ ਬਾਅਦ ਅਗਰ ਬਣਦਾ, 2 ਅਗਰਾਂ ਤੋਂ ਜਨੇਊ ਪਹਿਨਾਇਆ ਜਾਂਦਾ। ਇਹ ਸੀ ਬ੍ਰਾਹਮਣ ਦਾ ਜਨੇਊ ਉੱਤਮ। ਸੈਕਿੰਡ ਨੰਬਰ ਦਾ ਜਨੇਊ ਛਤਰੀ ਨੂੰ, ਉਹ ਕਪਾਹ ਦਾ ਜਨੇਊ ਨਹੀਂ ਸੀ ਪਹਿਨ ਸਕਦਾ, ਉਸ ਨੂੰ ਸਣ ਦਾ ਜਨੇਊ ਪਹਿਨਾਇਆ ਜਾਂਦਾ। ਤੇ ਵੈਸ਼ ਨੂੰ ਮੇਢੇ ਦੀ ਉੱਨ ਤੋਂ ਤਿਆਰ ਕਰਕੇ ਪਹਿਨਾਇਆ ਜਾਂਦਾ ਕਿ ਦੂਰੋਂ ਹੀ ਵਿਤਕਰੇ ਸਪਸ਼ਟ ਹੁੰਦੇ ਰਹਿਣ। ਪਹਿਨਣ ਸਮੇਂ ਬ੍ਰਾਹਮਣ ਕਾਲੇ ਹਿਰਨ ਦਾ ਚਮੜਾ ਪਹਿਨਦਾ, ਛਤਰੀ ਲਾਲ ਦਾ ਹਿਰਨ ਦਾ, ਤੇ ਵੈਸ਼ ਨੂੰ ਬੱਕਰੇ ਦੀ ਖੱਲ। ਇੱਕ ਨਹੀਂ, ਪੈਰ ਪੈਰ ਤੇ ਇੱਕ ਦੂਜੇ ਨਾਲ ਵਿਤਕਰੇ ਕੀਤੇ ਗਏ, ਤੇ ਇਹ ਜਨੇਊ ਇਹਨਾਂ ਵਿਤਕਰਿਆਂ ਦੀ ਮੁੱਢ ਵਿੱਚ ਖੜੋਤਾ ਸੀ, ਬਿਲਕੁਲ ਮੁੱਢ ਵਿੱਚ। ਸ਼ੂਦਰ ਨੂੰ ਵਿਦਿਆ ਪੜ੍ਹਨ ਦਾ ਅਧਿਕਾਰ ਨਹੀਂ, ਜਨੇਊ ਪਾਉਣ ਦਾ ਅਧਿਕਾਰ ਨਹੀਂ। ਔਰ ਰਾਮ ਰਾਜ ਵਿੱਚ ਵੀ ਜੇ ਸ਼ੂਦਰ ਗਲਤੀ ਨਾਲ ਵੀ ਵੇਦਾਂ ਦੀਆਂ ਰਿਚਾਂ ਸੁਣ ਬੈਠੇ ਤੇ ਉਹਦੇ ਕੰਨਾਂ ਵਿੱਚ ਇਤਿਹਾਸ ਕਹਿੰਦਾ ਸ਼ੀਸ਼ਾ ਪਿਘਲਵਾ ਕੇ ਪਾਇਆ ਗਿਆ, ਕੀ ਹਾਲਤ ਹੋਈ ਹੋਵੇਗੀ। ਧਰਮ ਦੇ ਮੰਤਰ ਸੁਣਨ ਦਾ ਵੀ ਇੰਨਾ ਭੈੜਾ ਫਲ। ਬਹੁਤ ਜ਼ੁਲਮ, ਊਚ ਨੀਚ ਦੇ ਵਿਤਕਰੇ ਅਪਣਾ ਕੇ ਕੀਤੇ ਗਏ ਗਰੀਬਾਂ ਦੇ ਉੱਪਰ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਵੀ ਜਨੇਊ ਪਹਿਨਾਉਣ ਵਾਸਤੇ ਮਹਿਤਾ ਕਾਲੂ ਜੀ ਨੇ ਇੰਤਜ਼ਾਮ ਕੀਤੇ। ਔਰ ਇੱਕ ਗੱਲ ਹੋਰ ਖਿਆਲ ਵਿੱਚ ਰੱਖਣੀ, ਜਨੇਊ ਪਾਉਣ ਦੀ ਉਮਰ ਵੀ ਤਿੰਨਾਂ ਵਰਗਾਂ ਦੀ ਇੱਕ ਨਹੀਂ ਸੀ। ਬ੍ਰਾਹਮਣ ਨੂੰ ਜਨੇਊ ਪਹਿਨਾਇਆ ਜਾਂਦਾ ਗਰਭ ਧਾਰਨ ਕਰਨ ਤੋਂ ਗਿਣ ਕੇ 8ਵੇਂ ਸਾਲ ਵਿੱਚ, 8 ਬਰਸ ਦੀ ਆਯੂ ਹੋਣ ਤੱਕ, ਭਾਵ 7ਵੇਂ ਸਾਲ ਦੀ ਆਯੂ ਵਿੱਚ। ਤੇ ਛਤਰੀ ਨੂੰ ਗਰਭ ਧਾਰਨ ਕਰਨ ਤੋਂ ਲੈ ਕੇ 11 ਸਾਲ ਤੱਕ ਦੀ ਉਮਰ ਵਿੱਚ ਪੁੱਜਣ ਤੇ, ਭਾਵ 10ਵੇਂ ਸਾਲ 'ਚ। ਤੇ ਵੈਸ਼ ਨੂੰ ਗਰਭ ਧਾਰਨ ਕਰਨ ਤੋਂ 12ਵੇਂ ਸਾਲ ਵਿੱਚ, ਉਹ ਵੀ ਇੱਕ ਸਮਾਂ ਮੁਕਰਰ ਨਹੀਂ। ਖੈਰ, ਇਹ ਤਾਂ ਵਿਤਕਰਿਆਂ ਦੀਆਂ ਗੱਲਾਂ ਸਨ। ਹੁਣ ਆਪਾਂ ਕੁਝ ਮਿੰਟਾਂ ਵਾਸਤੇ ਉਸ ਦ੍ਰਿਸ਼ ਵੱਲ ਆਪਣਾ ਧਿਆਨ ਲੈ ਚਲੀਏ ਜਦ ਤਲਵੰਡੀ ਦੀ ਧਰਤੀ ਵਿੱਚ
ਮਹਿਤਾ ਕਾਲੂ ਜੀ ਦੇ ਘਰ ਵਿਖੇ ਸ਼ਰੀਕਾ, ਬਰਾਦਰੀ, ਨਗਰ ਦੇ ਬ੍ਰਾਹਮਣ, ਛਤਰੀ, ਰਿਸ਼ਤੇਦਾਰ ਸਭ ਇਕੱਠੇ ਹੋਏ ਬੈਠੇ ਨੇ ਤੇ ਰੀਤੀ ਮੁਤਾਬਕ ਉਹਨਾਂ ਦਿਨਾਂ ਵਿੱਚ ਚੰਗਾ ਭੋਜਨ ਉਸ ਦਿਨ ਤਿਆਰ ਕਰਦੇ। ਮਾਸ ਮੀਟ ਵੀ ਵਰਤਾਇਆ ਜਾਂਦਾ, ਬੱਕਰਾ ਵੱਢ ਕੇ। ਗੁਰੂ ਨਾਨਕ ਸਾਹਿਬ ਜੀ ਨੂੰ ਜਨੇਊ ਪਹਿਨਾਉਣਾ ਹੈ, ਚੌਂਕਾ ਲਿੰਬਿਆ ਪੋਚਿਆ ਗਿਆ ਹੈ, ਗੋਹੇ ਦਾ ਲੇਪ ਉਹਨਾਂ ਦਿਨਾਂ ਵਿੱਚ ਸੁਆਣੀਆਂ ਕਰਦੀਆਂ ਸਨ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਉਚੇਚੇ ਤੌਰ 'ਤੇ ਇਹ ਸਾਰਾ ਦ੍ਰਿਸ਼ ਵਰਣਨ ਕੀਤਾ ਹੈ ਅਤੇ ਮੈਂ ਉਹਨਾਂ ਦੇ ਬਚਨਾਂ ਰਾਹੀਂ ਹੀ ਉਹ ਦ੍ਰਿਸ਼ ਆਪ ਜੀ ਦੇ ਅੱਗੇ ਰੱਖਣਾ ਚਾਹੁੰਦਾ। ਗੋਮੈ ਸੋ ਲੇਪਨ ਛਿਤ ਕਰਕੇ, ਪੂਰਿਓ ਚੌਂਕ ਹਰਖ ਉਰ ਧਰਕੈ, ਸ਼੍ਰੀ ਨਾਨਕ ਜੀ ਪੁਨ ਬੁਲਵਾਏ, ਦਵਿਜ ਬਾਹਜ ਕੇ ਬੀਚ ਬਿਠਾਏ। ਜੋ ਛਤਰੀ ਬ੍ਰਾਹਮਣ ਬੈਠੇ ਸਨ ਉਹਨਾਂ ਦੇ ਵਿੱਚ ਬਿਠਾਇਆ ਗਿਆ ਬਾਬਾ ਨਾਨਕ ਜੀ ਨੂੰ ਅਤੇ ਸ਼ੋਭਾ ਇਉਂ ਸੀ ਜਿਉਂ ਉਡਗਨ ਕੀ ਸਭਾ ਮਝਾਰਾ, ਜਿਵੇਂ ਤਾਰਿਆਂ ਦੀ ਸਭਾ ਦੇ ਵਿੱਚ ਜਾਵਹਿ ਪੂਰਨ ਇੰਦ ਉਦਾਰਾ, ਪੂਰਨਮਾਸ਼ੀ ਦਾ ਚੰਦਰਮਾ ਚਮਕ ਰਿਹਾ ਹੋਵੇ। ਸੋਭਾ ਸੰਯੁੱਤ ਤਿਉਂ ਤਹਿ ਜਾਈ, ਵੈਸੇ ਬੀਚ ਸਭਾ ਸੁਖਦਾਈ, ਸੁਖ ਦੇਣ ਵਾਲੇ ਸਤਿਗੁਰੂ ਜਾ ਬੈਠੇ। ਛਤਰਨ ਰੀਤ ਜੋ ਹੁਤੀ ਪੁਰਾਤਨ, ਸੋ ਕੀਨੀ ਦਿਜਵਰ ਸਭ ਭਾਂਤਿਨ। ਪੰਡਿਤ ਹਰਦਿਆਲ ਜੀ ਨੇ ਉਹ ਸਾਰੀ ਰਹੁ ਰੀਤੀ ਜੋ ਛਤਰੀ ਕੁਲ ਦੀ ਸੀ ਉਸ ਨੂੰ ਨਿਭਾਇਆ। ਕੁਲ ਆਚਾਰ ਸਿਖਾਵਨ ਲਾਗਾ, ਪੁਨ ਪਾਵਨ ਜੰਜੂ ਅਨਰਾਗਾ। ਪਹਿਲਾਂ ਉਸਨੇ ਛਤਰੀ ਦਾ ਧਰਮ ਕੀ ਹੈ, ਧਰਮ ਵਿੱਚ ਵੀ ਕਰਮ ਵਿੱਚ ਵੀ ਬੜਾ ਫਰਕ ਸੀ। ਬ੍ਰਾਹਮਣ ਨੇ ਆਪਣੇ ਲਈ ਮੰਨੇ 6 ਕੰਮ, ਉਹਨਾਂ ਨੂੰ ਖਟ ਕਰਮ ਆਖਿਆ ਜਾਂਦਾ ਹੈ। ਪਹਿਲਾ ਸੀ ਵਿੱਦਿਆ ਪੜ੍ਹਨਾ ਅਤੇ ਪੜ੍ਹਾਉਣਾ, ਦੋਨੋਂ ਹੀ ਚੰਗੇ ਨੇ। ਵਿੱਦਿਆ ਪੜ੍ਹਨੀ ਵੀ ਚਾਹੀਦੀ ਹੈ, ਪੜ੍ਹਾਉਣੀ ਵੀ ਚਾਹੀਦੀ ਹੈ। ਵਿੱਦਿਆ ਪੜ੍ਹਨਾ, ਪੜ੍ਹਾਉਣਾ। ਦੂਸਰਾ ਸੀ ਜੱਗ ਕਰਨਾ ਅਤੇ ਕਰਾਉਣਾ, ਧਰਮ ਕਰਮ ਵੀ ਚੰਗੀ ਗੱਲ ਹੈ। ਆਪੋ ਆਪਣੀ ਰੀਤੀ ਰਹੀ, ਕੋਈ ਕਿਸੇ ਢੰਗ ਨਾਲ ਧਰਮ ਕਮਾਏ, ਇਹ ਗੱਲ ਵੱਖਰੀ ਹੈ। ਤੋ ਆਖਰੀ 2 ਕਰਮ ਸਨ ਦਾਨ ਦੇਣਾ ਅਤੇ ਲੈਣਾ। ਦੇਖਣ ਨੂੰ ਇਉਂ ਜਾਪਦਾ ਹੈ ਕਿ ਬੜਾ ਇਨਸਾਫ ਕੀਤਾ ਗਿਆ ਹੈ, ਜੇ ਦਾਨ ਲੈਣਾ ਹੈ ਤਾਂ ਦੇਣਾ ਵੀ ਹੈ ਬ੍ਰਾਹਮਣ ਨੇ, ਲੇਕਿਨ ਜਦੋਂ ਅੱਗੇ ਝਾਤ ਮਾਰਨੇ ਆ, ਦਾਨ ਲੈਣ ਦਾ ਅਧਿਕਾਰ ਬ੍ਰਾਹਮਣ ਤੋਂ ਸਿਵਾ ਕਿਸੇ ਨੂੰ ਨਹੀਂ। ਬ੍ਰਾਹਮਣ ਵੀ ਦੇਵੇਗਾ ਅਤੇ ਬ੍ਰਾਹਮਣ ਨੂੰ ਦੇਵੇਗਾ, ਲੈਣ ਦਾ ਹੱਕ ਬ੍ਰਾਹਮਣ ਦੇ ਪਾਸ ਹੀ ਹੈ, ਹੋਰ ਕਿਸੇ ਪਾਸ ਨਹੀਂ। ਛਤਰੀ ਵਾਸਤੇ ਵੀ ਇਉਂ ਧਰਮ ਕਰਮ ਮਿਥੇ ਗਏ। ਇਹਨਾਂ 6 ਵਿੱਚੋਂ 3 ਤਾਂ ਉਹਦੇ ਨਾਲ ਸੰਬੰਧਿਤ ਕਰ ਦਿੱਤੇ ਕਿ ਵਿੱਦਿਆ ਛਤਰੀ ਪੜ੍ਹ ਸਕਦਾ ਹੈ ਪਰ ਪੜ੍ਹਾ ਨਹੀਂ ਸਕਦਾ, ਪੜ੍ਹਾਉਣ ਦਾ ਅਧਿਕਾਰ ਨਹੀਂ, ਪੜ੍ਹੇਗਾ। ਜੱਗ ਕਰ ਸਕਦਾ ਹੈ, ਇੱਥੇ ਜੱਗ ਕਰਨ ਤੋਂ ਮਤਲਬ ਹੈ ਕਿ ਖਰਚਾ ਉਸ ਦਾ ਹੋਵੇਗਾ ਪਰ ਜੱਗ ਕਰਾਏਗਾ ਬ੍ਰਾਹਮਣ, ਕਰਾਉਣ ਦਾ ਅਧਿਕਾਰ ਇਸ ਨੂੰ ਨਹੀਂ, ਛਤਰੀ ਨੂੰ ਨਹੀਂ। ਫਿਰ ਇਸੇ ਤਰ੍ਹਾਂ ਹੀ ਦਾਨ ਦੇਣਾ ਹੈ ਛਤਰੀ ਨੇ, ਦਾਨ ਲੈਣ ਦਾ ਹੱਕ ਉਸ ਪਾਸ ਨਹੀਂ। ਅਤੇ ਚੌਥਾ ਕਰਮ ਸੀ ਉਸ ਦਾ ਪਰਜਾ ਦੀ ਰਾਖੀ ਕਰਨੀ। ਵੈਸ਼ ਵਪਾਰ ਕਰ ਸਕਦਾ ਹੈ, ਕਿਰਸਾਣੀ ਕਰ ਸਕਦਾ ਹੈ, ਪਸ਼ੂਆਂ ਦੀ ਪਾਲਣਾ ਕਰ ਸਕਦਾ ਹੈ। ਐਸੇ ਕਰਮ ਸਨ। ਅਤੇ ਸ਼ੂਦਰ ਸਾਰਿਆਂ ਦੀ ਸੇਵਾ ਲਈ ਵਿਚਾਰਾ। ਇਹ ਵਿਤਕਰੇ ਇੱਕ ਇੱਕ ਕੰਮ ਵਿੱਚ ਅਸੀਂ ਦੇਖ ਸਕਦੇ ਹਾਂ। ਹੁਣ ਕੁਲ ਦਾ ਆਚਾਰ ਕੀ ਹੈ, ਕੀ ਜੀਵਨ ਕਿਸ ਢੰਗ ਨਾਲ ਜਿਉਣਾ ਹੈ, ਇਹ ਪੰਡਿਤ ਹਰਦਿਆਲ ਜੀ ਬਾਬਾ ਨਾਨਕ ਜੀ ਨੂੰ ਸਮਝਾ ਰਹੇ ਨੇ। ਉਹਨਾਂ ਨੇ ਜੋ ਰੀਤੀ ਸੀ, ਕੁਲ ਆਚਾਰ ਸਿਖਾਵਨ ਲਾਗਾ, ਪੁਨ ਪਾਵਨ ਜੰਜੂ ਅਨਰਾਗਾ, ਅਤੇ ਉਹ ਸਾਰੀ ਦੱਸਣ ਤੋਂ ਬਾਅਦ ਉਹ ਜੰਜੂ ਪਾਉਣ ਲੱਗਾ ਹੈ। ਜਗਤ ਵਿਮੋਚਨ ਲੋਚਨ ਚਾਰੂ, ਚਿਤਵਨ ਕੀਨੀ ਮੋਖ ਉਦਾਰੂ, ਬੂਝਤ ਭੇ ਦਿਜ ਮੋਹੇ ਸੁਣਾਵੋ, ਕਿਸ ਕਾਰਨ ਤੇ ਜੰਜੂ ਪਾਵੋ। ਹੇ ਬ੍ਰਾਹਮਣ ਜੀ, ਪ੍ਰੋਹਤ ਜੀ, ਮੈਨੂੰ ਕਿਰਪਾ ਕਰਕੇ ਦੱਸੋ ਜੋ ਤੁਸੀਂ ਕੁੱਲ ਰੀਤੀ ਦੱਸੀ, ਸਮਝਾ ਦਿੱਤੀ, ਇਹ ਜਨੇਊ ਪਾਉਣ ਦਾ ਕਾਰਨ ਕੀ ਹੈ? ਕੌਣ ਅਧਿਕਤਾ ਜਾਂ ਕੇ ਪਾਏ? ਮੈਂ ਜਨੇਊ ਪਾ ਲਵਾਂਗਾ ਤਾਂ ਇਸ ਨਾਲ ਮੇਰੀ ਜ਼ਿੰਦਗੀ ਵਿੱਚ ਵਾਧਾ ਕੀ ਹੋਵੇਗਾ? ਕੌਣ ਅਧਿਕਤਾ?
ਕਿਹੜੀ ਵਡਿਆਈ ਹੋਰ ਹੋ ਜਾਏਗੀ ਜਾਂ ਕਿ ਪਾਏ, ਕਿਸ ਪਦਵੀ ਇਹ ਦੇਤ ਪਹੁੰਚਾਏ। ਕਿਸ ਰੁਤਬੇ ਤੇ ਇਹ ਪਹੁੰਚਾ ਦੇਗਾ, ਪਹਿਰੇ ਬਿਨਾ ਨੂਨ ਤਾਂ ਜੋ, ਦਿਜਬਰ ਮੋਹਿ ਸਮਝਾਈਏ ਸੋ। ਇਸ ਦੇ ਪਹਿਨਣ ਤੋਂ ਬਿਨਾਂ ਜਿਹੜੀ ਖਾਮੀ, ਕਮਜ਼ੋਰੀ, ਕਮੀ ਰਹਿ ਜਾਂਦੀ ਹੈ, ਮੈਨੂੰ ਉਹ ਵੀ ਸਮਝਾ ਦਿਓ। ਸਭਾ ਲੱਗੀ ਹੋਈ ਹੈ, ਸਭ ਇਕੱਠੇ ਨੇ। ਪੰਡਿਤ ਹਰਦਿਆਲ ਆਪਣੇ ਅੰਦਰੋਂ ਪ੍ਰਸੰਨ ਵੀ ਹੋ ਰਿਹਾ ਹੈ, ਕਿਉਂਕਿ ਉਸਨੇ ਕਦੀ ਅਰਦਾਸ ਕੀਤੀ ਸੀ। ਆਪਾਂ ਪਿੱਛੇ ਵਿਚਾਰ ਆਏ ਹਾਂ ਕਿ ਹੇ ਮਾਲਕ, ਮੈਨੂੰ ਜ਼ਿੰਦਗੀ ਇੰਨੀ ਲੰਮੀ ਜ਼ਰੂਰ ਦੇ ਦੇਈਂ, ਜਦ ਇਹ ਬਾਲਕਾ ਉਪਦੇਸ਼ ਕਰਨ ਲੱਗੇ, ਨਿਰੰਕਾਰ ਦੇ ਰਾਹ ਦੁਨੀਆ ਨੂੰ ਤੋਰਨ ਲੱਗੇ, ਤਾਂ ਉਹ ਉਪਦੇਸ਼ ਆਪਣੇ ਕੰਨਾਂ ਨਾਲ ਮੈਂ ਵੀ ਸੁਣ ਸਕਾਂ। ਸੁਨ ਹਰਦਿਆਲ ਚੌਂਪ ਚਿਤ ਚਮਕੀ, ਇੱਛਾ ਕਰਤ ਮੋਹ ਭ੍ਰਮ ਕਮ ਕੀ। ਪੂਰਬ ਆਸ ਸੁਨਨ ਉਪਦੇਸ਼ੂ, ਬਨੀ ਸੋ ਬਿਦ ਅਬ ਮਿਟੇ ਕਲੇਸ਼ੂ। ਹੁਣ ਜੁਗਤ ਬਣ ਗਈ ਹੈ। ਜਾਨਤ ਜੌਨ ਮਹਾਤਮ ਗੁਰ ਕੋ, ਬੋਲਿਓ ਤਦਪ ਹਰਨ ਤੁਮ ਉਰ ਕੋ। ਆਪਣੇ ਹਿਰਦੇ ਦਾ ਹਨੇਰਾ ਦੂਰ ਕਰਨ ਵਾਸਤੇ ਪੰਡਿਤ ਹਰਦਿਆਲ ਜੀ ਨੇ ਕਹਿਆ, ਦਿਜ ਛਤਰੀ ਕੋ ਧਰਮ ਜੋ ਧਰਈ, ਜਗੈ ਪਵੀਤ ਸੋ ਪਾਵਨ ਕਰਈ। ਇਹ ਜਨੇਊ ਪਹਿਨਿਆਂ ਪਵਿੱਤਰਤਾ ਮਿਲਦੀ ਹੈ, ਨਵਾਂ ਜਨਮ ਹੁੰਦਾ ਹੈ, ਦਵਿਜ ਬਣੀਦਾ ਹੈ, ਅਤੇ ਬ੍ਰਾਹਮਣ ਅਤੇ ਛਤਰੀ ਜਿਹੜੇ ਧਰਮ ਨਿਭਾਉਣੇ ਜਾਣਦੇ ਨੇ, ਉਹ ਅਗਾਂਹ ਸੰਤਾਨ ਤੱਕ ਪਹੁੰਚਦੇ ਹਨ ਅਤੇ ਸੰਤਾਨ ਕਾਬਲ ਬਣਦੀ ਹੈ। ਜਾਵਤ ਰੀਤ ਨ ਅਸ ਅਨੁਸਾਰੀ, ਜਿੰਨਾ ਚਿਰ ਇਹ ਰੀਤ ਨਹੀਂ ਅਪਣਾਈ ਜਾਂਦੀ, ਤਾਵਤ ਨਹਿ ਚੌਂਕੇ ਅਧਿਕਾਰੀ। ਤੁਸੀਂ ਪੁੱਛਦੇ ਹੋ ਕਮੀ ਕੀ ਰਹਿ ਜਾਏਗੀ? ਕਮੀ ਇਹ ਹੈ ਕਿ ਫੇਰ ਤਾਂ ਜੇ ਜਨੇਊ ਨਾ ਪਹਿਨੀਏ, ਚੌਂਕੇ 'ਤੇ ਚੜ੍ਹਨ ਦਾ ਵੀ ਹੱਕ ਨਹੀਂ ਮਿਲਦਾ। ਦਵਿਜ ਬਾਹਜ ਕੋ ਇਸ ਵਿਧ ਧਰਮ, ਇਹ ਵਿਧੀ ਹੈ ਧਰਮ ਕਮਾਉਣ ਦੀ, ਜਨੇਊ ਪਾਉਣਾ। ਇਸ ਤੋਂ ਬਿਨਾਂ ਕੋਈ ਧਰਮ ਨਹੀਂ। ਇਸ ਬਿਨ ਧਰਮਾਂ ਰਹਿਤ ਨਹੀਂ, ਬੂਝੋ ਇਹ ਮਰਮਾ, ਇਹ ਭੇਦ ਜਾਣ ਲਓ, ਜਨੇਊ ਤੋਂ ਬਿਨਾਂ ਕੋਈ ਧਰਮ ਨਹੀਂ। ਆਦਮੀ ਅਪਵਿੱਤਰ ਹੈ। ਇਉਂ ਪੰਡਿਤ ਹਰਦਿਆਲ ਜੀ ਵਿਖਿਆਨ ਕਰਦੇ ਗਏ ਕਿ ਬ੍ਰਾਹਮਣ ਛਤਰੀ ਧਰਮ ਵਿੱਚ ਆਉਂਦੇ ਹੀ ਉਸ ਵੇਲੇ ਨੇ ਜਿਸ ਵੇਲੇ ਜਨੇਊ ਗਲ ਵਿੱਚ ਪਾ ਲੈਂਦੇ ਨੇ। ਗੁਰੂ ਨਾਨਕ ਸਾਹਿਬ ਬੜੀ ਸ਼ਾਂਤੀਪੂਰਵਕ ਬਚਨ ਸੁਣਦੇ ਰਹੇ ਤੇ ਫਿਰ ਕਹਿਣ ਲੱਗੇ, ਦਵਿਜ ਬਾਹਜ ਕੋ ਧਰਮ ਜੋ ਆਹੀ, ਗਰਮੇ ਪਾਏ ਸੂਤ ਰਹਾਹੀ। ਕਿਦੋਂ ਸਕਰਮ ਕਰੇ ਤੇ ਰਹੀ, ਦਇਆ ਆਦਿ ਜੇ ਸ਼ੁਭ ਨਿਰਵਹੀ। ਕੀ ਜਨੇਊ ਜਿਹੜਾ ਹੈ, ਇਸ ਤੋਂ ਬਿਨਾਂ ਕੋਈ ਚੰਗੇ ਕਰਮ ਕਰੇ ਤੇ ਉਹ ਕਿਸੇ ਅਰਥ ਨਹੀਂ। ਜਨੇਊ ਪਾ ਕੇ ਚੰਗੇ ਕਰਮ ਨਾ ਕਰੇ ਤਾਂ ਉਹ ਪ੍ਰਵਾਨ ਹੋ ਜਾਂਦਾ ਹੈ। ਪਾਏ ਸੂਤ ਗਰ ਕਰਤ ਕੋ ਕਰਮਾ, ਧਨ ਹਿਤ ਹਿੰਸਾ ਧਰੋਹ ਅਧਰਮਾ। ਠੱਗੀਆਂ ਮਾਰੇ ਧਨ ਦੀ ਖਾਤਰ, ਬੇਈਮਾਨੀਆਂ ਕਰੇ, ਪਰ ਗਲ ਵਿੱਚ ਜਨੇਊ ਪਾਇਆ ਹੋਵੇ, ਫਿਰ ਉਹ ਪ੍ਰਵਾਨ ਚੜ ਜਾਏਗਾ। ਪੁਰੋਹਿਤ ਜੀ, ਇਹ ਕੀ ਅਰਥ ਬਣੇ? ਅੰਤ ਪ੍ਰਯੰਤ ਦੁਸ਼ਟਤਾ ਧਾਰੇ, ਝੂਠ ਪਿਛਨਤਾ ਚਿੱਤ ਹਿਤਕਾਰੇ। ਚਿੱਤ ਵਿੱਚ ਚੁਗਲੀਆਂ ਨਾਲ ਮੋਹ ਹੋਵੇ, ਜ਼ਿੰਦਗੀ ਪਰ ਦੁਸ਼ਟਤਾਈਆਂ ਕਮਾਉਂਦਾ ਰਹੇ। ਜੋ ਖੱਤਰੀ ਦਵਿਜ ਕਿਦੋਂ ਚੰਡਾਲਾ, ਸਹਿ ਜਾਏ ਜਮ ਡੰਡ ਵਿਸਾਲਾ। ਪੁਰੋਹਿਤ ਜੀ, ਇੱਕ ਗੱਲ ਚੇਤੇ ਰੱਖਿਓ, ਭਾਵੇਂ ਹੋਵੇ ਬ੍ਰਾਹਮਣ, ਭਾਵੇਂ ਹੋਵੇ ਛਤਰੀ ਤੇ ਭਾਵੇਂ ਹੋਵੇ ਕੋਈ ਹੋਰ, ਜਦ ਕੰਮ ਬੁਰੇ ਕਰਨੇ ਨੇ, ਜਮਾਂ ਦਾ ਡੰਡ ਸਹਿਣਾ ਪੈਂਦਾ ਹੈ। ਕੌਣ ਜਨੇਊ ਤੇ ਫਲ ਦੀਨਾ, ਪਾਇਓ ਨਰਕ ਇਹਾਂ ਅਗ ਕੀਨਾ। ਤੇ ਜਨੇਊ ਦਾ ਕੀ ਅਰਥ ਹੋਇਆ? ਇੱਥੇ ਪਾਪ ਕੀਤੇ ਤੇ ਉਸ ਦਾ ਫਲ ਵੀ ਅਗਾਂਹ ਭੋਗਣਾ ਪਿਆ। ਜਿਵੇਂ ਜਿਵੇਂ ਬਾਬਾ ਨਾਨਕ ਜੀ ਨੇ ਇਹ ਬਚਨ ਕਹੇ, ਸੁਨ ਕਰ ਬਚ ਦਿਜਬਰ ਜੇ ਬੈਸੇ, ਭਏ ਮਸ਼ਟ ਕਛ ਆਵ ਨਾ ਜੈਸੇ। ਕੇਵਲ ਹਰਦਿਆਲ ਜੀ ਹੀ ਨਹੀਂ, ਬਾਕੀ ਨਗਰ ਦੇ ਬ੍ਰਾਹਮਣ, ਪੁਰੋਹਿਤ, ਪੰਡਿਤ ਇਕੱਠੇ ਹੋਏ ਬੈਠੇ ਸਨ। ਸਾਰੇ ਚੁੱਪ ਕਰ ਗਏ, ਕਿਸੇ ਨੂੰ ਕੋਈ ਜਵਾਬ ਨਾ ਆਇਆ। ਗੱਲ ਤਾਂ ਸੱਚੀ ਹੈ। ਸਨਮੁਖ ਉੱਤਰ ਦੇਤ ਨਾ ਕੋ, ਸਾਹਮਣੇ ਜਵਾਬ ਕਿਹੜਾ ਦੇਵੇ? ਕਹਿਤ ਸਤ ਸਮਝਤ ਚਿੱਤ ਸੋ। ਇਹ ਸਾਰੇ ਸਮਝ ਰਹੇ ਨੇ ਕਿ ਕਹਿਤ ਸਤ। ਨਾਨਕ ਜੀ ਜੋ ਕਹਿ ਰਹੇ ਹਨ, ਇਹ 16 ਆਨੇ ਸੱਚ ਹੈ। ਇਸ ਵਿੱਚ ਰੱਤੀ ਭਰ ਖੋਟ ਨਹੀਂ। ਇਹੀ ਅਟਲ ਬਚਨ ਹਨ। ਪਰ ਫਿਰ ਵੀ ਪੰਡਿਤ ਹਰਦਿਆਲ ਜੀ ਨੇ ਤਾਂ ਅਰਦਾਸਾਂ ਕੀਤੀਆਂ ਹੋਈਆਂ ਨੇ, ਮੈਂ ਉਪਦੇਸ਼ ਸੁਣਨਾ ਹੈ। ਬਚਨ ਹੋਰ ਸੁਣਨ ਦੀ ਖਾਤਰ ਭਾਈ ਸਾਹਿਬ ਕਹਿੰਦੇ ਨੇ, ਤਦਪ ਸੁਣਨ ਕੀ ਬਚ ਅਭਿਲਾਖਾ, ਪੁਰੋਹਿਤ ਹਰਦਿਆਲ ਇਮ ਭਾਖਾ।
ਪੰਡਿਤ ਹਰਦਿਆਲ ਜੀ ਨੇ ਇਉਂ ਕਿਹਾ, ਕੌਣ ਜੰਝੂ ਤੇ ਜਾਏ ਨਾ ਨਰਕਾ। ਤੁਸੀਂ ਆਖਦੇ ਹੋ ਇਹ ਜਨੇਊ ਪਾ ਕੇ ਕੋਈ ਕੁਕਰਮ ਕਰੇ ਤੇ ਨਰਕ ਵਿੱਚ ਜਾਏਗਾ। ਮੈਂ ਤੁਹਾਨੂੰ ਪੁੱਛਦਾ ਹਾਂ ਨਾਨਕ, ਇਹ ਦੱਸੋ ਉਹ ਕਿਹੜਾ ਜਨੇਊ ਹੈ ਜਿਸ ਦੇ ਪਾਇਆਂ ਆਦਮੀ ਨਰਕ ਜਾਣੋਂ ਬਚ ਸਕਦਾ ਹੈ, ਉਸ ਦਾ ਜੀਵਨ ਸਫਲ ਹੋ ਸਕਦਾ ਹੈ। ਜਾਂ ਤੇ ਜਸ ਨਹਿ ਕਰਹਿ ਕੁਤਰਕਾ, ਜਾਂ ਤੇ ਜਮ ਨਹਿ ਕਰਹਿ ਕੁਤਰਕਾ, ਜਿਹਦੇ ਨਾਲ ਫਿਰ ਜਮ ਨਾ ਕੁਝ ਕਰ ਸਕੇ, ਕੁਝ ਨਾ ਵਿਗਾੜ ਸਕੇ, ਕੋਈ ਉਹ ਤਰੀਕਾ ਦੱਸੋ। ਸੋ ਨਿਜ ਰਸਨਾ ਦੇਹੋ ਸੁਨਾਈ, ਸੁਣਨ ਚਾਹ ਸਭ ਉਰ ਹਰ ਖਾਈ। ਪੰਡਿਤ ਹਰਦਿਆਲ ਜੀ ਮੁਖੀ ਨੇ, ਪ੍ਰੋਹਿਤ ਨੇ ਕੁਲ ਦੇ। ਉਹ ਕਹਿ ਰਹੇ ਨੇ, ਨਾਨਕ ਆਪਣੀ ਰਸਨਾ ਤੋਂ ਹੁਣ ਦੱਸ, ਉਹ ਜਨੇਊ ਕਿਹੋ ਜਿਹਾ ਹੁੰਦਾ ਜਿਸ ਦੇ ਪਹਿਨਿਆਂ ਜਮਾਂ ਦੀਆਂ ਮਾਰਾਂ ਨਹੀਂ ਖਾਣੀਆਂ ਪੈਂਦੀਆਂ, ਦਰਗਾਹ ਅੰਦਰ ਧੱਕੇ ਨਹੀਂ ਪੈਂਦੇ, ਮਨੁੱਖਾ ਜਨਮ ਸਫਲ ਹੋ ਜਾਂਦਾ ਹੈ। ਆਪਣੀ ਰਸਨਾ ਤੋਂ ਆਪ ਉਚਾਰ ਕੇ ਦੱਸੋ। ਕੈਸਾ ਮਾਹੌਲ। ਗੁਰੂ ਨਾਨਕ ਸਾਹਿਬ ਉਪਦੇਸ਼ ਦਿੰਦੇ ਨੇ ਮਾਹੌਲ ਦੇ ਮੁਤਾਬਿਕ। ਆਪਾਂ ਪਿਛਲੇ ਇੱਕ ਐਪੀਸੋਡ ਵਿੱਚ ਵਿਚਾਰਿਆ ਸੀ ਕਿ ਜਾ ਕੇ ਗੰਗਾ ਤੇ ਲੋਕਾਂ ਨੂੰ ਫੜ ਫੜ ਕੇ ਨਹੀਂ ਪ੍ਰੇਰਨ ਲੱਗ ਪਏ ਕਿ ਪਾਣੀ ਸੂਰਜ ਨੂੰ ਸੁੱਟਣ ਦਾ ਕੋਈ ਫਾਇਦਾ ਨਹੀਂ। ਇੱਕ ਕੌਤਕ ਰੱਟ ਦਿੱਤਾ, ਮਾਹੌਲ ਬਣਾ ਦਿੱਤਾ, ਦੂਜੇ ਪਾਸੇ ਵੱਲ ਪਾਣੀ ਦੇ ਬੁੱਕ ਭਰ ਕੇ ਸੁੱਟਣ ਲੱਗ ਪਏ। ਸਾਰੇ ਆਖਣ ਲੱਗੇ, ਕੈਸਾ ਆਦਮੀ ਆ ਗਿਆ ਜਿਸ ਨੂੰ ਪਤਾ ਹੀ ਨਹੀਂ। ਮਾਹੌਲ ਬਣ ਗਿਆ। ਪੁੱਛਣ ਤੇ ਫਿਰ ਗੱਲ ਬਣ ਗਈ, ਜਵਾਬ ਦਿੱਤਾ। ਇੱਥੇ ਵੀ ਮਾਹੌਲ ਜਨੇਊ ਪਹਿਨਾਉਣ ਦਾ ਬਣਿਆ ਹੋਇਆ ਹੈ। ਜਨੇਊ ਤਿਆਰ ਹੈ, ਖਾਣੇ ਤਿਆਰ ਨੇ, ਲੋਕ ਪੁੱਜੇ ਹੋਏ ਨੇ, ਪਰ ਜਨੇਊ ਪਾਉਣ ਲੱਗਿਆਂ ਨੂੰ ਬਾਬਾ ਜੀ ਨੇ ਰੋਕ ਦਿੱਤਾ ਹੈ ਤੇ ਕਹਿੰਦੇ ਨੇ, ਨਹੀਂ, ਇਹ ਜਨੇਊ ਪਾ ਕੇ ਵੀ ਕੋਈ ਕੁਕਰਮ ਕਰੇਗਾ ਤਾਂ ਦਰਗਾਹ 'ਚ ਧੱਕੇ ਪੈਣਗੇ, ਨਰਕ ਜਾਣਾ ਪਏਗਾ, ਜਮਾਂ ਦੀਆਂ ਮਾਰਾਂ ਖਾਣੀਆਂ ਪੈਣਗੀਆਂ। ਫਿਰ ਪੰਡਿਤ ਪੁੱਛਦਾ, ਹੁਣ ਦੱਸੋ ਕੋਈ ਜਨੇਊ ਐਸਾ ਹੈ ਜਿਸ ਦੇ ਪਾਇਆਂ ਨਰਕ ਤੋਂ ਬਚ ਜਾਈਦਾ ਹੈ, ਜਮਾਂ ਤੋਂ ਬਚ ਜਾਈਦਾ ਹੈ, ਜੀਵਨ ਸਫਲ ਹੋ ਜਾਂਦਾ ਹੈ। ਸੁਣਨ ਚਾਹ ਸਭ ਉਰ ਹਰ ਖਾਈ। ਸਾਰਿਆਂ ਦੇ ਮਨ ਵਿੱਚ ਖਾਹਿਸ਼ ਹੈ ਕਿ ਤੁਸੀਂ ਆਪਣੀ ਰਸਨਾ ਤੋਂ ਦੱਸੋ। ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਕਮਲ ਬਦਨ ਪੁਨ ਬਚਨ ਬਖਾਨੇ, ਜਿਸ ਜੰਝੂ ਤੇ ਜਨ ਸਨਮਾਨੇ। ਤਾਂ ਬਾਬਾ ਨਾਨਕ ਜੀ ਨੇ ਬਚਨ ਉਚਾਰਨ ਕੀਤੇ ਤੇ ਸਮਝਾਇਆ ਉਹ ਜੰਝੂ ਕਿਹੋ ਜਿਹਾ ਹੈ, ਕਿਵੇਂ ਪਾਈਦਾ ਹੈ ਤੇ ਉਸ ਦਾ ਫਲ ਕੀ ਹੈ। ਸ਼ਲੋਕ ਮਹਲਾ ਪਹਿਲਾ। ਦਇਆ ਕਪਾਹ ਸੰਤੋਖ ਸੂਤ, ਜਤ ਗੰਢੀ ਸਤ ਵਟ। ਇਹੋ ਜਨੇਊ ਜੀ ਕਾ, ਹਈ ਤਾਂ ਪਾਂਡੇ ਘੱਤ, ਜੇ ਹੈ ਤਾਂ ਪਹਿਨਾ ਦੇ। ਹਈ ਤਾਂ ਪਾਂਡੇ ਘੱਤ, ਨਾ ਇਹੋ ਟੁੱਟੈ ਨਾ ਮਲ ਲੱਗੈ, ਨਾ ਇਹੋ ਜਲੈ ਨਾ ਜਾਏ। ਧਨ ਸੋ ਮਾਨਸ ਨਾਨਕਾ, ਜੋ ਗਲ ਚੱਲੇ ਪਾਏ। ਜਨੇਊ ਸੰਬੰਧੀ ਸਤਿਗੁਰੂ ਜੀ ਨੇ ਜੋ ਬਚਨ ਉਚਾਰਨ ਕੀਤੇ, ਇਹ ਮੈਂ ਇਸ਼ਾਰੇ ਮਾਤਰ ਪੰਕਤੀਆਂ ਆਪ ਜੀ ਨੂੰ ਸੁਣਾਈਆਂ ਹਨ। ਅਗਲੇ ਐਪੀਸੋਡ ਵਿੱਚ ਆਪਾਂ ਸਤਿਗੁਰੂ ਦੇ ਉਹਨਾਂ ਬਚਨਾਂ ਦੀ ਵਿਚਾਰ ਕਰਾਂਗੇ ਜਿਨ੍ਹਾਂ ਵਿੱਚ ਅਸਲੀ ਜਨੇਊ ਪਹਿਨਣ ਦੀ ਜਾਚ ਸਿਖਾਈ ਹੈ, ਤਿਆਰ ਕਰਨ ਦੀ ਜਾਚ ਸਿਖਾਈ ਹੈ, ਜਮਾਂ ਦੀਆਂ ਮਾਰਾਂ ਤੋਂ ਬਚਣ ਦਾ ਢੰਗ ਦੱਸਿਆ ਹੈ। ਤੇ ਉਹ ਜਨੇਊ ਕੋਈ ਵਿਤਕਰਾ ਨਹੀਂ ਕਰਦਾ, ਸ਼ੂਦਰ ਪਹਿਨੇ ਕਿ ਬ੍ਰਾਹਮਣ ਪਹਿਨੇ, ਵੈਸ਼ ਪਹਿਨੇ ਕਿ ਛਤਰੀ ਪਹਿਨੇ, ਇਸਤਰੀ ਪਹਿਨੇ ਕਿ ਪੁਰਖ ਪਹਿਨੇ, ਕਾਲਾ ਪਹਿਨੇ ਕਿ ਗੋਰਾ ਪਹਿਨੇ। ਸਤਿਗੁਰੂ ਦਾ ਉਪਦੇਸ਼ ਸਮੁੱਚੇ ਸੰਸਾਰ ਲਈ ਸਾਂਝਾ ਹੈ। ਅਗਲੇ ਐਪੀਸੋਡ ਵਿੱਚ ਆਪਾਂ ਉਸ ਸ਼ਬਦ ਦੀ, ਸਤਿਗੁਰਾਂ ਦੇ ਪਾਵਨ ਬਚਨਾਂ ਦੀ ਵਿਚਾਰ ਕਰਾਂਗੇ। ਤੇ ਅੰਤ ਵਿੱਚ ਮੈਂ ਆਪ ਜੀ ਨੂੰ ਇਹ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਹਾਂ ਕਿ ਜਿੰਨੇ ਵੀ ਗੁਰਮੁਖ ਪਿਆਰੇ ਗੁਰੂ ਕੀਆਂ ਸਾਖੀਆਂ ਸੁਣਦੇ ਹੋ, ਸੰਪੂਰਨ ਸੁਣੋ, ਪੂਰੀ ਸੁਣੋ। ਸੁਣਨ ਤੋਂ ਬਾਅਦ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਆਪਣਾ ਇਹ ਕਾਫਲਾ ਵੱਡਾ ਬਣ ਸਕੇ। ਇਸ ਤੋਂ ਇਲਾਵਾ ਹਰ ਸਿੱਖ ਨੂੰ ਗੁਰੂ ਨੇ ਪ੍ਰਚਾਰਕ ਬਣਾਇਆ ਹੈ। ਜਿੱਥੇ ਆਪ ਸੁਣਦੇ ਹੋ, ਜਿੰਨੇ ਵੀ ਵਟਸਐਪ ਦੇ ਨੰਬਰ ਤੁਹਾਡੇ ਪਾਸ ਹਨ, ਸਾਰਿਆਂ ਨੂੰ ਭੇਜੋ, ਅਗਾਂਹ ਸ਼ੇਅਰ ਕਰੋ ਕਿ ਹੋਰ ਲੋਕ ਵੀ ਗੁਰੂ ਕੀਆਂ ਸਾਖੀਆਂ ਨਾਲ ਜੁੜ ਸਕਣ। ਗੁਰੂ ਕੀ ਸਾਖੀ ਪਿਆਰੀ ਲੱਗੇ ਤਾਂ ਲਾਈਕ ਦਾ ਬਟਨ ਵੀ ਦਬਾ ਦੇਣਾ। ਇਸ ਤੋਂ ਇਲਾਵਾ ਕੋਈ ਕਮੈਂਟਸ ਦੇਣੇ ਹੋਣ ਤਾਂ ਸਵਾਗਤ ਹੈ, ਅਸੀਂ ਜ਼ਰੂਰ ਗੌਰ ਕਰਾਂਗੇ। ਇਹ ਨੇ ਅਖੀਰ ਵਿੱਚ ਬੇਨਤੀਆਂ। ਇਸ ਦੇ ਨਾਲ ਹੀ ਮੈਂ ਇਸ
ਐਪੀਸੋਡ ਨੂੰ ਸਮਾਪਤ ਕਰਦਾ ਹਾਂ। ਵਿਚਾਰਾਂ ਕਰਦਿਆਂ ਕੋਈ ਭੁੱਲਾਂ ਹੋਈਆਂ ਹੋਣ ਤਾਂ ਖਿਮਾ ਮੰਗਦਾ ਹਾਂ। ਅਗਲੇ ਐਪੀਸੋਡ ਵਿੱਚ ਫਿਰ ਮਿਲਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।